हाँ जी, वेलकम ਤੁਹਾਡਾ ਸਾਰਿਆਂ ਦਾ ਪੰਜਾਬ ਮੈਂਟੋਰ YouTube ਚੈਨਲ ਤੇ। ਆਈ ਹੋਪ ਤੁਹਾਡੀ ਸਾਰਿਆਂ ਦੀ ਤਿਆਰੀ ਵਧੀਆ ਚੱਲ ਰਹੀ ਹੋਵੇਗੀ। ਸੋ ਜਿਸ ਤਰ੍ਹਾਂ ਤੁਹਾਨੂੰ ਆਪਾਂ ਕੰਟੀਨਿਊ ਮੌਕ ਟੈਸਟ ਸੀਰੀਜ਼ ਪ੍ਰੋਵਾਈਡ ਕਰ ਰਹੇ ਹਾਂ ਬਿਲਕੁਲ ਫ੍ਰੀ ਵਿੱਚ। ਸੋ ਅੱਜ ਜਿਹੜਾ ਆਪਾਂ ਸੈੱਟ 3 ਡਿਸਕਸ਼ਨ ਕਰਨ ਜਾ ਰਹੇ ਹਾਂ ਉਹ ਪੰਜਾਬ ਜੀਕੇ ਐਂਡ ਪੰਜਾਬੀ ਗ੍ਰਾਮਰ ਦਾ ਮੌਕ ਟੈਸਟ ਤੁਹਾਡੇ ਨਾਲ ਡਿਸਕਸ਼ਨ ਕਰਨ ਜਾ ਰਹੇ ਹਾਂ। ਕਿਉਂਕਿ ਤੁਹਾਨੂੰ ਪਤਾ ਹੈਗਾ ਕਿ ਆਪਾਂ ਰੀਜਨਿੰਗ ਦੇ 3 ਸੈੱਟ ਤੁਹਾਡੇ ਨਾਲ ਡਿਸਕਸ਼ਨ ਕਰ ਲਏ ਹਨ ਐਂਡ ਪੰਜਾਬ ਜੀਕੇ ਐਂਡ ਪੰਜਾਬੀ ਗ੍ਰਾਮਰ ਦੇ ਵੀ 3 ਜਿਹੜੇ ਸੈੱਟ ਨੇ ਅੱਜ ਡਿਸਕਸ਼ਨ ਹੋ ਜਾਣਗੇ। ਸੋ ਜਿੰਨਾ ਵੀ ਸਟੂਡੈਂਟ ਨੇ ਪੰਜਾਬ ਪ੍ਰੀ ਪ੍ਰਾਇਮਰੀ ਟੀਚਰ ਰਿਕਰੂਟਮੈਂਟ 2021 ਐਗਜ਼ਾਮ ਦੇਣਾ ਹੈ ਉਹ ਇਹਨਾਂ ਕਲਾਸ ਨੂੰ ਜ਼ਰੂਰ ਅਟੈਂਡ ਕਰਨਾ। ਤੁਸੀਂ ਆਪ ਕਹੋਗੇ ਤੁਹਾਡੇ ਐਗਜ਼ਾਮ ਲਈ ਬਹੁਤ ਹੈਲਪਫੁਲ ਰਹਿਣਗੀਆਂ ਕਿਉਂਕਿ ਪੰਜਾਬ ਜੀਕੇ ਪੰਜਾਬੀ ਗ੍ਰਾਮਰ ਇੱਕ ਲਿਮਟਿਡ ਏਰੀਆ ਹੁੰਦਾ ਹੈ। ਸੋ ਜੋ ਆਪਾਂ ਕਰਾ ਰਹੇ ਹਾਂ ਤੁਹਾਨੂੰ ਐਜ਼ ਇਟ ਕੁਐਸਚਨ ਐਗਜ਼ਾਮ ਵਿੱਚ ਮਿਲਣਗੇ। ਸੋ ਇਹਨਾਂ ਸਾਰੀਆਂ ਕਲਾਸਾਂ ਨੂੰ ਜ਼ਰੂਰ ਅਟੈਂਡ ਕਰੋ, ਜੋ ਵੀ ਟਾਈਮਿੰਗ ਹੈ ਉਸ ਅਕੋਰਡਿੰਗ ਕਰੋ। ਬਟ ਜੋ ਤੁਹਾਨੂੰ 2 ਸੈੱਟ ਰੈਗੂਲਰ ਮਿਲ ਰਹੇ ਹਨ ਉਹਨਾਂ ਨੂੰ ਹਰ ਹਾਲਤ ਵਿੱਚ ਦੇਖਣਾ ਹੈ। ਜੇਕਰ ਤੁਹਾਨੂੰ ਦਿਨੇ ਟਾਈਮ ਨਹੀਂ ਲੱਗ ਰਿਹਾ ਰਾਤ ਨੂੰ ਦੇਖੋ, ਬਟ ਜ਼ਰੂਰ ਅਟੈਂਡ ਕਰੋ। ਠੀਕ ਹੈ, ਇੱਕ ਰਿਕਵੈਸਟ ਤੁਹਾਨੂੰ ਸਾਰਿਆਂ ਨੂੰ ਹੈ ਕਿ ਜੇਕਰ ਤੁਸੀਂ ਸਾਡੀ ਹੈਲਪ ਕਰ ਸਕਦੇ ਹੋ ਇਸ ਚੈਨਲ ਨੂੰ ਸਬਸਕ੍ਰਾਈਬ ਐਂਡ ਸ਼ੇਅਰ ਆਪਣੇ ਫਰੈਂਡ ਸਰਕਲ ਰਿਲੇਟਿਵ ਸਰਕਲ ਵਿੱਚ ਜ਼ਰੂਰ ਕਰ ਦਿਓ। ਇਸ ਤੋਂ ਇਲਾਵਾ ਤੁਸੀਂ ਪੰਜਾਬ ਮੈਂਟੋਰ ਟੈਲੀਗ੍ਰਾਮ ਗਰੁੱਪ ਵਿੱਚ ਵੀ ਜ਼ਰੂਰ ਐਡ ਹੋ ਜਾਓ, ਕਈ ਵਾਰੀ ਕੋਈ ਅਪਡੇਟ ਤੁਹਾਨੂੰ ਉੱਥੇ ਵੀ ਮਿਲਦੀ ਰਹਿੰਦੀ ਹੈ। ਠੀਕ ਹੈ, ਇਸ ਟੈਲੀਗ੍ਰਾਮ ਗਰੁੱਪ ਵਿੱਚ ਐਡ ਹੋਣਾ ਤੁਸੀਂ ਨਾ ਭੁੱਲਣਾ। ਸੋ ਅੱਜ ਦੀ ਕਲਾਸ ਆਪਾਂ ਸਟਾਰਟ ਕਰਦੇ ਹਾਂ। ਅੱਜ ਦਾ ਫਸਟ ਕੁਐਸਚਨ ਹੈ, ਜਿਹੜਾ ਸ਼ਬਦ ਕਿਸੇ ਨਾਮ ਦੀ ਥਾਂ ਵਰਤਿਆ ਜਾਵੇ ਨੂੰ ਕਿਹਾ ਜਾਂਦਾ ਹੈ? ਕੀ ਕਿਹਾ ਜਾਂਦਾ ਹੈ? ਕਿਰਿਆ ਕਿਹਾ ਜਾਂਦਾ ਹੈ, ਨਾਮ ਕਿਹਾ ਜਾਂਦਾ ਹੈ, ਪੜਨਾਮ ਕਿਹਾ ਜਾਂਦਾ ਹੈ ਜਾਂ ਫਿਰ ਕੋਈ ਨਹੀਂ। 4 ਆਪਸ਼ਨ ਗਿਵਨ ਹਨ। ਇਸ ਦਾ ਰਾਈਟ ਆਨਸਰ ਹੈ ਜੀ, ਇਸ ਨੂੰ ਪੜਨਾਮ ਕਿਹਾ ਜਾਂਦਾ ਹੈ। ਪੜਨਾਮ ਦੀਆਂ ਕਿੰਨੀਆਂ ਕਿਸਮਾਂ ਹਨ? 6 ਕਿਸਮਾਂ ਹਨ। ਇਸ ਤੋਂ ਇਲਾਵਾ ਇਸ ਪੜਨਾਮ ਕਿਉਂ ਕਿਹਾ ਜਾਂਦਾ? ਕਿਉਂਕਿ ਜਿਸ ਤਰ੍ਹਾਂ ਤੁਸੀਂ ਲਿਖਦੇ ਹੋ ਰਾਮ ਮੇਰਾ ਪੱਕਾ ਮਿੱਤਰ ਹੈ, ਰਾਮ ਮੇਰਾ ਪੱਕਾ ਮਿੱਤਰ ਹੈ। ਠੀਕ ਹੈ, ਫਸਟ ਲਾਈਨ ਤੁਸੀਂ ਲਿਖਤੀ, ਉਸ ਤੋਂ ਬਾਅਦ ਤੁਸੀਂ ਕਹਿ ਦਿੰਦੇ ਹੋ ਉਹ ਮੇਰੇ ਨਾਲ ਬਾਜ਼ਾਰ ਜਾਂਦਾ ਹੈ, ਉਹ ਮੇਰੇ ਨਾਲ ਬਾਜ਼ਾਰ ਜਾਂਦਾ ਹੈ। ਠੀਕ ਹੈ, ਇੱਥੇ ਜਿਹੜਾ ਤੁਸੀਂ ਉਹ ਸ਼ਬਦ ਵਰਤ ਰਹੇ ਹੋ ਉਹ ਤੁਸੀਂ ਨਾਮ ਦੀ ਜਗ੍ਹਾ ਤੇ ਵਰਤ ਰਹੇ ਹੋ। ਠੀਕ ਹੈ, ਇਸ ਲਈ ਇਹ ਕੀ ਹੈਗਾ? ਪੜਨਾਮ ਹੈਗਾ। ਠੀਕ ਹੈ ਜੀ, ਇਸ ਤਰ੍ਹਾਂ ਜਿਹੜਾ ਸ਼ਬਦ ਨਾਮ ਦੀ ਜਗ੍ਹਾ ਤੇ ਵਰਤਿਆ ਜਾਂਦਾ ਹੈ ਉਸ ਨੂੰ ਪੜਨਾਮ ਕਿਹਾ ਜਾਂਦਾ ਹੈ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਐਂਡ ਇਸ ਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ ਹਨ? 6 ਪ੍ਰਕਾਰ ਦਾ ਪੜਨਾਮ ਹੁੰਦਾ ਹੈ। ਬਹੁਤ ਵਾਰੀ ਪੰਜਾਬ ਗਵਰਨਮੈਂਟ ਐਗਜ਼ਾਮ ਵਿੱਚ ਰਿਪੀਟ ਹੋਇਆ ਕਿ ਪੜਨਾਮ ਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ ਹਨ। ਪਹਿਲਾਂ ਵੀ ਮੈਂ ਤੁਹਾਨੂੰ ਪ੍ਰਸ਼ਨ ਕਰਾਇਆ, ਇਸ ਤਰ੍ਹਾਂ ਮੈਂ ਸਾਰੇ ਪ੍ਰਸ਼ਨ ਤੁਹਾਨੂੰ ਇਹ ਯਾਦ ਕਰਾ ਦੇਵਾਂਗਾ। ਨੈਕਸਟ ਪ੍ਰਸ਼ਨ ਹੈ ਜੀ, ਨਰ ਅਤੇ ਮਾਦਾ ਦੇ ਅੰਤਰ ਨੂੰ ਪੰਜਾਬੀ ਵਿਆਕਰਨ ਵਿੱਚ ਕਿਹਾ ਜਾਂਦਾ ਹੈ? 4 ਆਪਸ਼ਨ ਗਿਵਨ ਹਨ। ਇੱਕ ਆਪਣਾ ਆਨਸਰ ਹੋਵੇਗਾ ਲਿੰਗ ਭੇਦ, ਇੱਕ ਵਚਨ, ਮਰਦ ਔਰਤ ਜਾਂ ਕੋਈ ਨਹੀਂ। ਇਸ ਦਾ ਰਾਈਟ ਆਨਸਰ ਬਣਦਾ ਜੀ ਲਿੰਗ ਭੇਦ। ਆਪਸ਼ਨ ਨੰਬਰ ਊੜਾ ਬਿਲਕੁਲ ਰਾਈਟ ਆਨਸਰ ਹੈ। ਨਰ ਅਤੇ ਮਾਦਾ ਦੇ ਜਿਹੜੇ ਡਿਫਰੈਂਸ ਨੂੰ ਅੰਤਰ ਨੂੰ ਲਿੰਗ ਭੇਦ ਕਿਹਾ ਜਾਂਦਾ ਹੈ। ਇੱਕ ਵਚਨ ਕਿਹਾ ਜਾਂਦਾ ਬਿਲਕੁਲ ਗਲਤ ਹੈ ਜੀ। ਮਰਦ ਔਰਤ ਕਿਹਾ ਜਾਂਦਾ ਬਿਲਕੁਲ ਗਲਤ ਹੈ ਜੀ। ਰਾਈਟ ਆਨਸਰ ਬਣਦਾ ਹੈਗਾ ਲਿੰਗ ਭੇਦ ਕਿਹਾ ਜਾਂਦਾ ਹੈ। ਠੀਕ ਹੈ ਜੀ, ਬਹੁਤ ਸਾਰੇ ਸਟੂਡੈਂਟ ਇਹ ਕਹਿੰਦੇ ਹਨ ਵੀ ਵੀਡੀਓ ਥੋੜੀ ਫਾਸਟ ਚਲਾਇਆ ਕਰੋ ਜਾਂ ਫਾਸਟ ਸਾਨੂੰ ਜਿਹੜੇ ਆਨਸਰ ਦਿਆ ਕਰੋ। ਦੇਖੋ ਜੀ, ਤੁਹਾਡੇ ਕੋਲੇ ਸਾਰੀਆਂ ਆਪਸ਼ਨ YouTube ਵੱਲੋਂ ਪ੍ਰੋਵਾਈਡ ਹਨ, ਤੁਸੀਂ ਇਸ ਨੂੰ ਫਾਸਟ ਵੀ ਕਰ ਸਕਦੇ ਹੋ। ਐਂਡ ਬਹੁਤ ਸਾਰੇ ਜਿਹੜੇ ਕਮੈਂਟ ਇਸ ਤਰ੍ਹਾਂ ਦੇ ਵੀ ਆਉਂਦੇ ਹਨ ਕਿ ਕੁਐਸਚਨ ਵੈਰੀ ਈਜੀ ਹਨ, ਤੁਸੀਂ ਐਗਜ਼ਾਮ 'ਚ ਜਾਣਾ ਇਸ ਤਰ੍ਹਾਂ ਦੇ ਪ੍ਰਸ਼ਨ ਹੀ ਤੁਹਾਨੂੰ ਉੱਥੇ ਮਿਲਣਗੇ। ਠੀਕ ਹੈ, ਪਿਛਲੇ ਕੋਈ ਵੀ ਪੇਪਰ ਉਠਾ ਕੇ ਦੇਖ ਲਓ ਤੁਸੀਂ ਪੰਜਾਬ ਗਵਰਨਮੈਂਟ ਐਗਜ਼ਾਮ ਦੇ, ਤੁਹਾਨੂੰ ਇਸ ਤਰ੍ਹਾਂ ਦੇ ਪ੍ਰਸ਼ਨ ਹੀ ਮਿਲਣਗੇ ਕਿਉਂਕਿ ਜਿਹੜੇ ਮੈਂ ਪ੍ਰਸ਼ਨ ਕਰਾ ਰਹੇ ਹਾਂ ਆਲਰੇਡੀ ਪੰਜਾਬ ਗਵਰਨਮੈਂਟ ਐਗਜ਼ਾਮ 'ਚ ਆਏ ਹੋਏ ਹਨ। ਠੀਕ ਹੈ, ਤਾਂ ਜੇਕਰ ਤੁਹਾਨੂੰ ਇਸ ਤਰ੍ਹਾਂ ਲੱਗਦਾ, ਦੇਖੋ ਆਪਾਂ ਆਪਦੇ ਵੱਲੋਂ ਹਨਾ ਜੋ ਵੀ ਸਾਡੇ ਵੱਲੋਂ ਐਫਰਟਸ ਹੁੰਦਾ ਹੈਗਾ ਵਧੀਆ ਕੰਟੈਂਟ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਠੀਕ ਹੈ, ਤੇ ਬਾਕੀ ਤੁਹਾਡਾ ਵੀ ਰਿਸਪੌਂਸ ਬਹੁਤ ਵਧੀਆ ਆ ਰਿਹਾ ਹੈਗਾ। ਸੋ ਨੈਕਸਟ ਪ੍ਰਸ਼ਨ ਹੈ ਜੀ, ਵਿਸ਼ੇਸ਼ਣ ਕਿੰਨੇ ਪ੍ਰਕਾਰ ਦਾ ਹੁੰਦਾ ਹੈ? ਵਿਸ਼ੇਸ਼ਣ ਕਿੰਨੇ ਪ੍ਰਕਾਰ ਦਾ ਹੁੰਦਾ ਹੈ? 4 ਆਪਸ਼ਨ ਆਪਣੇ ਕੋਲੇ ਗਿਵਨ ਹਨ। 6 ਪ੍ਰਕਾਰ ਦਾ, 3 ਪ੍ਰਕਾਰ ਦਾ ਜਾਂ 5 ਪ੍ਰਕਾਰ ਦਾ। ਠੀਕ ਹੈ ਜੀ, ਇਸ ਦਾ ਰਾਈਟ ਆਨਸਰ ਹੈ ਜੀ ਵਿਸ਼ੇਸ਼ਣ ਕਿੰਨੇ ਪ੍ਰਕਾਰ ਦਾ ਹੁੰਦਾ ਹੈ? 5 ਪ੍ਰਕਾਰ ਦਾ। ਠੀਕ ਹੈ ਜੀ, ਐਂਡ ਪੜਨਾਮ ਕਿੰਨੇ ਪ੍ਰਕਾਰ ਦਾ ਹੁੰਦਾ ਹੈ? ਪੜਨਾਮ ਹੁੰਦਾ ਹੈ ਜੀ 6 ਪ੍ਰਕਾਰ ਦਾ। ਕੱਲ ਵਾਲੀ ਵੀਡੀਓ ਵਿੱਚ ਮੈਥੋਂ 6 ਪ੍ਰਕਾਰ ਦਾ ਵਿਸ਼ੇਸ਼ਣ ਬੋਲਿਆ ਗਿਆ ਸੀਗਾ, ਉਸ ਦੇ ਲਈ ਮੈਂ ਤੁਹਾਡੇ ਸਾਰਿਆਂ ਤੋਂ ਮਾਫੀ ਮੰਗਦਾ ਹਾਂ। ਠੀਕ ਹੈ ਜੀ, ਵਿਸ਼ੇਸ਼ਣ ਹੈ ਜਿਹੜਾ ਉਹ 5 ਪ੍ਰਕਾਰ ਦਾ ਹੁੰਦਾ ਹੈ। ਕਈ ਵਾਰੀ ਤਾਂ ਸਾਡੇ ਤੋਂ ਵੀ ਗਲਤੀ ਹੋ ਜਾਂਦੀ ਹੈਗੀ।
ਸੋ ਹੁਣ ਇਸ ਤੋਂ ਇਲਾਵਾ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵਿਸ਼ੇਸ਼ਣ ਦੀਆਂ ਕਿਸਮਾਂ ਕਿਹੜੀਆਂ ਹੁੰਦੀਆਂ ਹਨ। ਹੁੰਦਾ ਤਾਂ 5 ਪ੍ਰਕਾਰ ਦਾ ਹੈ, ਪੇਪਰ ਦੇ ਵਿੱਚ ਤੁਹਾਡੇ ਤੋਂ ਕਿਸਮਾਂ ਵੀ ਪੁੱਛੀਆਂ ਜਾ ਸਕਦੀਆਂ ਨੇ ਕਿਹੜੀਆਂ ਕਿਹੜੀਆਂ ਹਨ। ਠੀਕ ਹੈ ਜੀ, ਤੁਹਾਨੂੰ 4 ਆਪਸ਼ਨ ਦੇ ਵਿੱਚ ਇੱਕ ਕਿਸਮ ਹੈ ਜਿਹੜੀ ਵਿਸ਼ੇਸ਼ਣ ਦੀ ਪਾ ਦੇਣਗੇ, ਬਾਕੀ ਅਲੱਗ ਪਾ ਦੇਣਗੇ। ਇਸ ਤਰ੍ਹਾਂ ਜਿਹੜੇ ਪ੍ਰਸ਼ਨ ਹੈ ਐਗਜ਼ਾਮੀਨਰ ਤੁਹਾਡੇ ਜਿਹੜੇ ਫਾਰਮ ਕਰੇਗਾ। ਠੀਕ ਹੈ, ਇਸ ਤਰ੍ਹਾਂ ਦੇ ਪ੍ਰਸ਼ਨ ਉਹ ਬਣਾਏਗਾ। ਸੋ ਫਸਟ ਕਿਸਮ ਜਿਹੜੀ ਵਿਸ਼ੇਸ਼ਣ ਦੀ ਹੁੰਦੀ ਹੈ ਜੀ ਉਹ ਹੁੰਦਾ ਹੈਗਾ ਗੁਣਵਾਚਕ ਵਿਸ਼ੇਸ਼ਣ। ਸੈਕੰਡ ਹੈ ਜੀ ਨਿਸ਼ਚੈਵਾਚਕ ਵਿਸ਼ੇਸ਼ਣ, ਨਿਸ਼ਚੈਵਾਚਕ ਵਿਸ਼ੇਸ਼ਣ। ਥਰਡ ਹੈ ਜੀ ਪ੍ਰਮਾਣਵਾਚਕ ਵਿਸ਼ੇਸ਼ਣ। ਕਿਹੜਾ ਜੀ? ਪ੍ਰਮਾਣਵਾਚਕ ਵਿਸ਼ੇਸ਼ਣ। ਫੋਰਥ ਹੈ ਜੀ ਸੰਖਿਆਵਾਚਕ ਵਿਸ਼ੇਸ਼ਣ, ਸੰਖਿਆਵਾਚਕ ਵਿਸ਼ੇਸ਼ਣ। ਫਿਫਥ ਹੈ ਜੀ ਪੜਨਾਮੀ ਵਿਸ਼ੇਸ਼ਣ। ਠੀਕ ਹੈ, ਫਿਫਥ ਕਿਹੜਾ ਜੀ? ਪੜਨਾਮੀ ਵਿਸ਼ੇਸ਼ਣ। ਇਹ 5 ਦੀਆਂ 5 ਟੈਪਸ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਹਨ, ਤੁਹਾਡੀ ਟਿਪਸ ਤੇ ਹੋਣੀਆਂ ਚਾਹੀਦੀਆਂ ਹਨ। ਨੈਕਸਟ ਪ੍ਰਸ਼ਨ ਕਰਦੇ ਹਾਂ ਜੀ। ਕਿਰਿਆ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ? ਕਿਰਿਆ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ? ਕਿਰਿਆ ਰੂਪ, ਕਰਤਾ, ਕਰਮ ਜਾਂ ਫਿਰ ਕੋਈ ਨਹੀਂ? ਇਸ ਦਾ ਰਾਈਟ ਆਨਸਰ ਹੈ ਜੀ ਕਰਤਾ। ਕਿਰਿਆ ਕਰਨ ਵਾਲੇ ਨੂੰ ਕਰਤਾ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਫੋਰ ਐਗਜ਼ਾਮਪਲ ਆਪਾਂ ਇੱਕ ਵਾਕ ਲੈਂਦੇ ਆ, ਮੋਹਨ ਹਾਕੀ ਖੇਡਦਾ ਹੈ। ਮੋਹਨ ਹਾਕੀ ਖੇਡਦਾ ਹੈ। ਠੀਕ ਹੈ, ਇਸ ਵਾਕ ਵਿੱਚ ਕਿਰਿਆ ਨੂੰ ਕੌਣ ਕਰ ਰਿਹਾ ਹੈ? ਮੋਹਨ ਕਰ ਰਿਹਾ ਹੈ। ਠੀਕ ਹੈ, ਮੋਹਨ ਕੀ ਕਰ ਰਿਹਾ ਹੈ? ਹਾਕੀ ਖੇਡ ਰਿਹਾ ਹੈ। ਤਾਂ ਕਿਰਿਆ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ? ਕਰਤਾ। ਤਾਂ ਮੋਹਨ ਇਸ ਵਾਕ ਵਿੱਚ ਕੀ ਹੈਗਾ? ਕਰਤਾ ਹੈਗਾ। ਠੀਕ ਹੈ ਜੀ, ਬਟ ਮੋਹਨ ਕਰ ਕੀ ਰਿਹਾ ਹੈ? ਮੋਹਨ ਹਾਕੀ ਖੇਡ ਰਿਹਾ ਹੈ। ਮੋਹਨ ਕੀ ਕਰ ਰਿਹਾ ਹੈ? ਮੋਹਨ ਹਾਕੀ ਖੇਡ ਰਿਹਾ ਹੈ। ਤਾਂ ਮੀਨਸ ਇਹ ਕੀ ਹੈ? ਉਸਦਾ ਕਰਮ। ਠੀਕ ਹੈ, ਕਰਤਾ ਤੇ ਕਰਮ ਵਿੱਚ ਤੁਸੀਂ ਕਨਫਿਊਜ਼ ਨਾ ਹੋਣਾ। ਐਗਜ਼ਾਮੀਨਰ ਤੁਹਾਨੂੰ ਉਲਝਾਉਣ ਦੀ ਕੋਸ਼ਿਸ਼ ਕਰੇਗਾ, ਬਟ ਆਪਾਂ ਨਹੀਂ ਉਲਝਣਾ ਕਿਉਂਕਿ ਆਪਾਂ ਪੰਜਾਬ ਮੈਂਟੋਰ YouTube ਚੈਨਲ ਤੇ ਪੜ੍ਹ ਰਹੇ ਹਾਂ। ਠੀਕ ਹੈ, ਸੋ ਕਰਤਾ ਤੇ ਕਰਮ ਵਿੱਚ ਕਨਫਿਊਜ਼ ਬਿਲਕੁਲ ਨਾ ਹੋਣਾ। ਕਿਰਿਆ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ? ਕਰਤਾ ਕਿਹਾ ਜਾਂਦਾ ਹੈ। ਨੈਕਸਟ ਪ੍ਰਸ਼ਨ ਹੈ ਜੀ, ਰੂਪ ਦੇ ਪੱਖ ਤੋਂ ਸੰਬੰਧਕ ਕਿੰਨੇ ਪ੍ਰਕਾਰ ਦੇ ਹੁੰਦੇ ਹਨ? 4, 2, 3 ਜਾਂ ਫਿਰ ਕੋਈ ਨਹੀਂ? ਇਸ ਦਾ ਰਾਈਟ ਆਨਸਰ ਹੈ ਜੀ, ਬਿਲਕੁਲ ਰਾਈਟ ਆਨਸਰ ਹੈ 2। ਰੂਪ ਦੇ ਪੱਖ ਤੋਂ ਜਿਹੜੇ ਸੰਬੰਧਕ ਨੇ 2 ਪ੍ਰਕਾਰ ਦੇ ਹੁੰਦੇ ਹਨ। ਕਿਹੜੇ ਕਿਹੜੇ? ਪੂਰਨ ਸੰਬੰਧਕ ਐਂਡ ਅਪੂਰਨ ਸੰਬੰਧਕ। ਠੀਕ ਹੈ, ਰੂਪ ਦੇ ਪੱਖ ਤੋਂ ਸੰਬੰਧਕ 2 ਪ੍ਰਕਾਰ ਦੇ ਹੁੰਦੇ ਹਨ, ਪੂਰਨ ਸੰਬੰਧਕ ਤੇ ਅਪੂਰਨ ਸੰਬੰਧਕ। ਠੀਕ ਹੈ ਜੀ, ਨੈਕਸਟ ਪ੍ਰਸ਼ਨ ਹੈ ਜੀ। ਇਸ ਤੋਂ ਇਲਾਵਾ ਤੁਹਾਨੂੰ ਪਤਾ ਹੋਣਾ ਚਾਹੀਦਾ ਸੰਬੰਧਕ ਹੁੰਦੇ ਕਿਹੜੇ ਹਨ। ਇਹ ਹੁੰਦੇ ਨੇ ਜੀ ਦਾ, ਦੇ, ਦੀ, ਨਾ, ਨੇ, ਨੀ। ਠੀਕ ਹੈ, ਇੱਕ ਵਾਰੀ ਐਗਜ਼ਾਮ ਦੇ ਵਿੱਚ ਆ ਜਾਂਦਾ, ਇੱਕ ਵਾਕ ਪਾ ਕੇ ਦੇ ਦਿੰਦੇ, ਆਪਾਂ ਨੂੰ ਪੁੱਛਿਆ ਜਾਂਦਾ ਵੀ ਇਹ 'ਚ ਸੰਬੰਧਕ ਕਿਹੜਾ ਹੈਗਾ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ ਵੀ ਸੰਬੰਧਕ ਹੁੰਦੇ ਕਿਹੜੇ ਕਿਹੜੇ ਨੇ। ਠੀਕ ਹੈ ਜੀ, ਨੈਕਸਟ ਪ੍ਰਸ਼ਨ ਹੈ ਜੀ, ਭਾਸ਼ਾ ਦੀ ਛੋਟੀ ਤੋਂ ਛੋਟੀ ਸਾਰਥਕ ਇਕਾਈ ਨੂੰ ਕਿਹਾ ਜਾਂਦਾ ਹੈ? ਕੀ ਕਿਹਾ ਜਾਂਦਾ ਹੈ? ਧੁਨੀ ਕਿਹਾ ਜਾਂਦਾ ਹੈ, ਭਾਵਅੰਸ਼ ਕਿਹਾ ਜਾਂਦਾ ਹੈ, ਸ਼ਬਦ ਕਿਹਾ ਜਾਂਦਾ ਹੈ ਜਾਂ ਫਿਰ ਕੋਈ ਨਹੀਂ? ਇਸ ਦਾ ਰਾਈਟ ਆਨਸਰ ਹੈ ਜੀ ਭਾਵਅੰਸ਼ ਕਿਹਾ ਜਾਂਦਾ ਹੈ। ਭਾਵਅੰਸ਼ ਬਿਲਕੁਲ ਰਾਈਟ ਆਨਸਰ ਹੈ ਜੀ। ਠੀਕ ਹੈ ਜੀ, ਇੰਪੋਰਟੈਂਟ ਪ੍ਰਸ਼ਨ ਹੈਗਾ, ਪੰਜਾਬ ਗਵਰਨਮੈਂਟ ਐਗਜ਼ਾਮ 'ਚ ਬਹੁਤ ਵਾਰੀ ਰਿਪੀਟ ਹੋਇਆ, ਜਿਸ ਤੇ ਆਪਾਂ 2 ਸਟਾਰ ਲਗਾ ਦਿੱਤੇ। ਉਹ ਪ੍ਰਸ਼ਨ ਬਹੁਤ ਇੰਪੋਰਟੈਂਟ ਹੈਗਾ। ਬਾਕੀ ਜਿੰਨੇ ਵੀ ਆਪਾਂ ਪ੍ਰਸ਼ਨ ਕਰਾ ਰਹੇ ਹਾਂ ਸਾਰੇ ਹੀ ਇੰਪੋਰਟੈਂਟ ਹਨ। ਠੀਕ ਹੈ ਜੀ, ਭਾਸ਼ਾ ਦੀ ਸਭ ਤੋਂ ਛੋਟੀ ਤੋਂ ਛੋਟੀ ਸਾਰਥਕ ਇਕਾਈ ਕਿਹੜੀ ਹੈ ਜੀ? ਉਹ ਹੈ ਜੀ ਭਾਵਅੰਸ਼। ਠੀਕ ਹੈ ਜੀ, ਇਹ ਯਾਦ ਰੱਖਣਾ। ਨੈਕਸਟ ਪ੍ਰਸ਼ਨ ਹੈ ਜੀ, ਭਾਸ਼ਾ ਦੀ ਵੱਡੀ ਤੋਂ ਵੱਡੀ ਵਿਆਕਰਨਕ ਇਕਾਈ ਨੂੰ ਕਿਹਾ ਜਾਂਦਾ ਹੈ? ਕੀ ਕਿਹਾ ਜਾਂਦਾ ਹੈ ਜੀ? ਸ਼ਬਦ, ਵਾਕ, ਵਿਧੇ ਜਾਂ ਕੋਈ ਨਹੀਂ? ਇਸ ਦਾ ਰਾਈਟ ਆਨਸਰ ਬਣਦਾ ਜੀ ਸ਼ਬਦ। ਭਾਸ਼ਾ ਦੀ ਸਭ ਤੋਂ ਵੱਡੀ ਜਿਹੜੀ ਵਿਆਕਰਨਕ ਇਕਾਈ ਹੈ ਉਸ ਨੂੰ ਕਿਹਾ ਜਾਂਦਾ ਹੈ ਜੀ ਸ਼ਬਦ। ਠੀਕ ਹੈ ਜੀ, ਦੋਨੋਂ ਵਿੱਚ ਕਨਫਿਊਜ਼ ਨਾ ਹੋਣਾ। ਛੋਟੀ ਤੋਂ ਛੋਟੀ ਸਾਰਥਕ ਇਕਾਈ ਨੂੰ ਕੀ ਕਿਹਾ ਜਾਂਦਾ ਹੈ ਜੀ? ਭਾਵਅੰਸ਼। ਵੱਡੀ ਤੋਂ ਵੱਡੀ ਸਾਰਥਕ ਇਕਾਈ ਨੂੰ ਕੀ ਕਿਹਾ ਜਾਂਦਾ ਹੈ ਜੀ? ਸ਼ਬਦ। ਦੋਨੋਂ ਦੇ ਦੋਨੋਂ ਪ੍ਰਸ਼ਨ ਹੈ ਜਿਹੜੇ ਇੰਪੋਰਟੈਂਟ ਹਨ। ਨੈਕਸਟ ਪ੍ਰਸ਼ਨ ਹੈ ਜੀ, ਸਹੀ ਸਮਾਸੀ ਸ਼ਬਦ ਚੁਣੋ। ਸਹੀ ਸਮਾਸੀ ਸ਼ਬਦ ਚੁਣੋ। ਠੀਕ ਹੈ ਜੀ, 4 ਆਪਸ਼ਨ ਆਪਣੇ ਕੋਲ ਗਿਵਨ ਨੇ, ਆਪਾਂ ਇਹਨਾਂ ਦੇ ਵਿੱਚੋਂ ਇੱਕ ਆਨਸਰ ਜਿਹੜਾ ਦੇਣਾ ਹੈਗਾ। ਬੋਲ ਕਸੇਲ, ਬੋਲ ਕਹਿ, ਬੋਲ ਬੁਲਾਉਣਾ ਜਾਂ ਕੋਈ ਨਹੀਂ?
इसका राइट आंसर है जी बोल कसेल। ऑप्शन नंबर ऊड़ा बिल्कुल राइट आंसर हैगा। बोल के ग्रामेटिकल तौर पे गलत हैगा, ये भी गलत हैगा, ठीक है। कल एक स्टूडेंट का कमेंट आया, वो कह रहे सी समासी शब्दों बारे दसो ये हुंदे की हन, ठीक है। थोड़ा मैं तुहानूं इसकी डेफिनेशन दे देना तां जो किसी भी स्टूडेंट को प्रॉब्लम ना होवे, क्योंकि तुहानूं प्रॉब्लम तो हो रही ने, क्योंकि आप तुहानूं प्रोवाइड कर रहे हैं मॉक टेस्ट। जिन्हां ने तो डिटेल विच पढ़िया होया है, जिन्हां ने तो इन्हां चीज़ों को डिटेल विच पढ़िया होया है, उन्हां नूं तो कोई दिक्कत नहीं आ रही। बट जिन्हां ने चीज़ां मतलब MCQ रूप च कर रहे हैं, पहलां नहीं पढ़ियां, तो उन्होंने प्रॉब्लम आ रही हैगी, ठीक है। क्योंकि हुण अपने कोल समा थोड़ा है, हो सकता है ड्यू टू कोविड-19 वेव तुहाडा एग्जाम एक्सटेंड हो जाए, की पता आप कुछ कह नहीं सकते, आप तो एक वो पॉसिबिलिटी ला सकते हैं, ठीक है। जेकर तुहाडा एग्जाम एक्सटेंड होंदा हैगा तो आप तुहानूं सारियां क्लासेस डिटेल विच एंड फ्री विच, डिटेल विच एंड फ्री विच प्रोवाइड कर देंगे, ठीक है। बट पहला आप यही कहने भी अपना एग्जाम है 27 तरीक को होगा, सो उस अकॉर्डिंग आप मॉक टेस्ट प्रोवाइड कर रहे हैं। हुण कल जो कमेंट आया सी सही समासी शब्द चुनो, जिहड़ा मैं तुहानूं प्रश्न आए जिहड़े सैट विच करवा रहे हैं, उन्होंने ये कहा भी समासी शब्द हुंदे की नहीं। हुण सुन लो, समासी शब्द जिहड़े दो रचित शब्दां नूं आपस विच जोड़न, ठीक है। जिस तरह अपने कोले बोल कसेल है, ठीक है, इन्हों इस सिंबल के द्वारा जोड़िया जा रहा है, ठीक है। ये सिंबल है जी समासी का, ठीक है। तो ये एक जिहड़े पंजाबी के शब्द ने उन्होंने आपस में जोड़ते हैं, ठीक है, उन्होंने समासी शब्द कहा जाता है, ठीक है। ये दो समानार्थक शब्द भी हो सकते हैं, उन्होंने भी आप इस सिंबल राही जोड़ सकते हैं। ये दो विरोधी शब्द भी हो सकते हैं, ये दो ਵੱਖੋ ਵੱਖਰੇ शब्द भी हो सकते हैं, बट इन्हों आप इस सिंबल के द्वारा जोड़ते हैं, जिन्होंने आप समासी शब्द कहने हैं, ठीक है। हुण एग्जामिनर तुहानूं जे 10 नंबर की पंजाबी ग्रामर जिन्ने भी नंबर की आई तो एक प्रश्न ही जरूर पाउंदा है, क्योंकि इस स्टूडेंट कन्फ्यूज होंगे ने, उन्होंने करैक्टेड आंसर नहीं पता होंदा। इसलिए आप हर सैट में तुहाडे लई ये जिहड़ी ऑप्शन है ਜਾਂ सही समासी शब्द जिहड़ा आपां प्रश्न लै रहे हैं, तां जो तुहानूं कोई दिक्कत ना आवे, ठीक है। आपां अपने वल्लों बहुत वधिया कंटेंट तुहानूं प्रोवाइड कर रहे हैं, ठीक है। होर इंप्रूवमेंट करांगे, होर एफर्ट करांगे, ठीक है। बट तुहानूं क्लासेस डेली प्रोवाइड आपां कर रहे हैं। वीडियोज़ वधिया लग रही हैं, चैनल को सबसक्राइब शेयर जरूर करियो। जो प्रॉब्लम आती है कमेंट सैक्शन में दसो। सो समासी शब्द की प्रॉब्लम आई आप तुहानूं दस दी, ठीक है, क्योंकि आप कमेंट एक बार जरूर रीड करते हैं। सो नैक्सट प्रश्न है जी, गुरमुखी लिपि विच किन्ने अखर हैं? तुहानूं सारिਆਂ ਨੂੰ आउंदा होवेगा 35, 42, 31 या फिर कोई नहीं। इसका राइट आंसर है जी 35। गुरमुखी लिपि विच किन्ने अखर हैं? 35 अखर हैं, ठीक है जी। बट जेकर अपने इस जिहड़े न्यू ऐड होए ने 6 अखर, ठीक है, जेकर नवीन पूछे जान तो वो अपने ने 41, ठीक है। ये दोनों तुसीं याद रखना। सो जिहड़ा अपना ऊड़े आड़े नूं आपां इस तरह लिखते हैं, ऊड़ा आड़ा ईड़ी सस्सा हाहा, ठीक है। जिहड़ी ये फस्ट लाइन हुंदी है, इसनूं की कहने ऊड़े आड़े विच आपां इसनूं की कहने जी? उत्तम वर्ग। बहुत बारी पंजाब गौरमेंट एग्जाम में रिपीट होया है, ठीक है। इस लाइन नूं आपां की कहने आ? उत्तम वर्ग। ये फैक्ट तुसीं याद रखना, ठीक है जी। सो अज दा आपां करदे हां जी नैक्सट प्रश्न। कामां दे आखे अखान पूरी करो। इस अखान नूं आपां कंप्लीट करना है, क्योंकि ये भी हर एग्जाम में रिपीट होंदी हैगी। एक अखान तुहाडे तो पूछी जाती है। सो बंदे नहीं मरदे, ढोर नहीं मरदे, चोर नहीं मरदे या फिर कोई नहीं। कामां दे आखे अखान, कामां दे आखे ढोर नहीं मरदे, कामां दे आखे ढोर नहीं मरदे, बिल्कुल कंप्लीट कर रही है। कामां दे आखे ढोर नहीं मरदे इसका राइट आंसर हैगा, तुसीं याद रखना, कामां दे आखे ढोर नहीं मरदे, कामां दे आखे ढोर नहीं मरदे। बार बार रिपीट करो, तुहाडे इस तरह अखाना भी आपां याद करवा देवांगे, क्योंकि तुसीं ये ना कहना भी हर सैट पंजाब जीके या पंजाबी ग्रामर दा आ रहा है, बट तुहानूं ये चीज़ां एग्जाम 'च देखण नूं मिलणगीਆਂ, ठीक है जी। सो पंजाबी ग्रामर के जिहड़े अपने 10 प्रश्न ने कंप्लीट हो चुके हैं। हुण आपां नैक्सट करदे जी पंजाब जीके दी। रामदासपुर किस नगर का मुढ़ला नां है? किस नगर का मुढ़ला नां है? करतारपुर का, अमृतसर का, तरन तारन का या फिर कोई नहीं। इसका राइट आंसर है जी अमृतसर का जिहड़ा मुढ़ला नां है वो है जी रामदासपुर, ठीक है जी। हुण तुहानूं पता होना चाहिए अमृतसर शहर की स्थापना किन्हां द्वारा की गई? चौथे गुरु रामदास जी द्वारा। किन्हां द्वारा जी? चौथे गुरु रामदास जी द्वारा, ठीक है जी। इन्हां द्वारा जिहड़े अमृतसर शहर की स्थापना की गई।
ਇਸ ਤੋਂ ਇਲਾਵਾ ਤੁਹਾਨੂੰ ਪਤਾ ਹੋਣਾ ਚਾਹੀਦਾ ਇਹਨਾਂ ਦਾ ਬਚਪਨ ਦਾ ਨਾਮ ਕੀ ਸੀਗਾ ਜੀ? ਭਾਈ ਜੇਠਾ ਜੀ। ਬਹੁਤ ਵਾਰੀ ਪੰਜਾਬ ਗਵਰਨਮੈਂਟ ਐਗਜ਼ਾਮ ਵਿੱਚ ਰਿਪੀਟ ਹੋਏਗਾ, ਠੀਕ ਹੈ ਜੀ। ਇਹ ਵੀ ਤੁਸੀਂ ਯਾਦ ਰੱਖਣਾ। ਇਸ ਤੋਂ ਇਲਾਵਾ ਗੁਰੂ ਰਾਮਦਾਸ ਜੀ ਨੇ ਕਿਹੜੀ ਪ੍ਰਥਾ ਚਲਾਈ ਸੀ ਜੀ? ਇਹ ਵੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਮਸੰਦ ਪ੍ਰਥਾ ਕਿਹਨਾਂ ਦੁਆਰਾ ਚਲਾਈ ਗਈ ਸੀ? ਗੁਰੂ ਰਾਮਦਾਸ ਜੀ ਦੁਆਰਾ, ਠੀਕ ਹੈ। ਇਹ ਵੀ ਪਤਾ ਹੋਣਾ ਚਾਹੀਦਾ ਤੁਹਾਨੂੰ, ਮਸੰਦ ਪ੍ਰਥਾ ਕਿਹਨਾਂ ਦੁਆਰਾ ਚਲਾਈ ਗਈ ਸੀ ਜੀ? ਗੁਰੂ ਰਾਮਦਾਸ ਜੀ ਦੁਆਰਾ। ਇਸ ਤੋਂ ਇਲਾਵਾ ਗੁਰੂ ਰਾਮਦਾਸ ਜੀ ਨੇ ਕਿੰਨੇ ਸ਼ਬਦਾਂ ਦੀ ਰਚਨਾ ਕੀਤੀ? ਇਹ ਵੀ ਨੋਟ ਕਰ ਲਓ ਜੀ। 679 ਸ਼ਬਦਾਂ ਦੀ ਰਚਨਾ ਕਿਹਨਾਂ ਦੁਆਰਾ ਕੀਤੀ ਗਈ ਸੀ ਜੀ? ਗੁਰੂ ਰਾਮਦਾਸ ਜੀ ਦੁਆਰਾ, ਠੀਕ ਹੈ ਜੀ। ਇਹ ਸਾਰੇ ਦੇ ਸਾਰੇ ਇੰਪੋਰਟੈਂਟ ਫੈਕਟਸ ਤੁਹਾਡੇ ਯਾਦ ਹੋਣੇ ਚਾਹੀਦੇ ਹਨ। ਨੈਕਸਟ ਪ੍ਰਸ਼ਨ ਕਰਦੇ ਹਾਂ ਜੀ ਅੱਜ ਦਾ। 10ਵੇਂ ਗ੍ਰੰਥ ਦਾ ਸੰਕਲਨ ਕਿਸ ਨੇ ਕੀਤਾ? ਇੰਪੋਰਟੈਂਟ ਪ੍ਰਸ਼ਨ ਹੈ ਜੀ। ਭਾਈ ਮਨੀ ਸਿੰਘ ਜੀ ਨੇ, ਭਾਈ ਗੁਰਦਾਸ ਜੀ, ਗੁਰੂ ਤੇਗ ਬਹਾਦਰ ਜੀ ਨੇ, ਜਾਂ ਫਿਰ ਕੋਈ ਨਹੀਂ। ਸੋ ਇਸ ਦਾ ਰਾਈਟ ਆਨਸਰ ਹੈ ਜੀ ਭਾਈ ਮਨੀ ਸਿੰਘ ਜੀ ਨੇ, ਠੀਕ ਹੈ। ਭਾਈ ਮਨੀ ਸਿੰਘ ਜੀ ਨੇ 10ਵੇਂ ਗ੍ਰੰਥ ਦਾ ਸੰਕਲਨ ਕੀਤਾ। ਸੋ ਨੈਕਸਟ ਪ੍ਰਸ਼ਨ ਹੈ ਜੀ। ਕਿਹੜੇ ਗੁਰੂ ਸਾਹਿਬ ਜੀ ਨੇ ਜਪਜੀ ਸਾਹਿਬ ਦੀ ਰਚਨਾ ਕੀਤੀ? ਕਿਹੜੇ ਗੁਰੂ ਸਾਹਿਬ ਜੀ ਨੇ ਜਪਜੀ ਸਾਹਿਬ ਦੀ ਰਚਨਾ ਕੀਤੀ? ਗੁਰੂ ਅਰਜਨ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਨਾਨਕ ਦੇਵ ਜੀ, ਜਾਂ ਕੋਈ ਨਹੀਂ। ਸੋ ਇਸ ਦਾ ਬਿਲਕੁਲ ਰਾਈਟ ਆਨਸਰ ਬਣਦਾ ਹੈ ਜੀ ਗੁਰੂ ਨਾਨਕ ਦੇਵ ਜੀ। ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੀ ਰਚਨਾ ਕੀਤੀ। ਇਸ ਤੋਂ ਇਲਾਵਾ ਤੁਹਾਨੂੰ ਅਦਰ ਜਿਹੜੀਆਂ ਇਹਨਾਂ ਦੀਆਂ ਇੰਪੋਰਟੈਂਟ ਰਚਨਾਵਾਂ ਨੇ ਪੰਜਾਬ ਗਵਰਨਮੈਂਟ ਐਗਜ਼ਾਮ 'ਚ ਰਿਪੀਟ ਹੁੰਦੀਆਂ ਨੇ, ਉਹ ਵੀ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਨੇ। 12ਵਾਂ ਇਹਨਾਂ ਦੀ ਰਚਨਾ ਵੀ ਗੁਰੂ ਨਾਨਕ ਦੇਵ ਜੀ ਨੇ ਕੀਤੀ। ਇਸ ਤੋਂ ਇਲਾਵਾ ਬਾਰ ਮਲਹਾਰ ਇਹਨਾਂ ਦੀ ਰਚਨਾ ਵੀ ਗੁਰੂ ਨਾਨਕ ਦੇਵ ਜੀ ਨੇ ਕੀਤੀ। ਨੈਕਸਟ ਹੈ ਜੀ ਬਾਰ ਆਸਾਂ ਇਹਨਾਂ ਦੀ ਰਚਨਾ ਵੀ ਗੁਰੂ ਨਾਨਕ ਦੇਵ ਜੀ ਨੇ ਕੀਤੀ, ਠੀਕ ਹੈ। ਇਹ ਵੀ ਇਸ ਦੇ ਨਾਲ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਹਨ। ਨੈਕਸਟ ਪ੍ਰਸ਼ਨ ਹੈ ਜੀ। ਸੁਖਮਨੀ ਸਾਹਿਬ ਦੀ ਰਚਨਾ ਕਿਸ ਨੇ ਕੀਤੀ? ਸੁਖਮਨੀ ਸਾਹਿਬ ਦੀ ਰਚਨਾ ਕਿਸ ਨੇ ਕੀਤੀ? ਗੁਰੂ ਅਰਜਨ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਰਾਮਦਾਸ ਜੀ, ਜਾਂ ਕੋਈ ਨਹੀਂ। ਇਸ ਦਾ ਰਾਈਟ ਆਨਸਰ ਬਣਦਾ ਜੀ ਗੁਰੂ ਅਰਜਨ ਦੇਵ ਜੀ। ਸੁਖਮਨੀ ਸਾਹਿਬ ਦੀ ਰਚਨਾ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ। ਸੋ ਇਹ ਸਿੱਖਾਂ ਦੇ ਕਿੰਨਵੇਂ ਗੁਰੂ ਸਨ? ਇਹ 5ਵੇਂ ਗੁਰੂ ਸਨ। ਇਹਨਾਂ ਨੇ ਕਿਹੜੇ ਕਿਹੜੇ ਸ਼ਹਿਰ ਦੀ ਸਥਾਪਨਾ ਕੀਤੀ? ਕਰਤਾਰਪੁਰ ਸਾਹਿਬ, ਤਰਨਤਾਰਨ, ਠੀਕ ਹੈ। ਇਹ ਵੀ ਤੁਸੀਂ ਯਾਦ ਰੱਖਣਾ। ਇਸ ਤੋਂ ਇਲਾਵਾ ਤੁਸੀਂ ਕਨਫਿਊਜ਼ ਨਾ ਹੋਣਾ, ਮੈਂ ਤੁਹਾਨੂੰ ਕਹਿ ਰਿਹਾ ਕਰਤਾਰਪੁਰ ਸਾਹਿਬ, ਤੁਸੀਂ ਹੁਣ ਕਹੋਗੇ ਜੀ ਕਰਤਾਰਪੁਰ ਸਾਹਿਬ ਦੀ ਸਥਾਪਨਾ ਗੁਰੂ ਨਾਨਕ ਦੇਵ ਜੀ ਨੇ ਵੀ ਕੀਤੀ ਹੈ। ਬਟ ਜਿਨ੍ਹਾਂ ਦੀ ਜਿਹੜੀ ਕਰਤਾਰਪੁਰ ਦੀ ਸਥਾਪਨਾ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ਉਹ ਪਾਕਿਸਤਾਨ ਵਿੱਚ ਹੈ, ਐਂਡ ਇਹ ਵਾਲਾ ਕਰਤਾਰਪੁਰ ਅੱਜ ਦੇ ਇੰਡੀਅਨ ਪੰਜਾਬ ਵਿੱਚ ਹੈਗਾ। ਇਹ ਵੀ ਇੰਪੋਰਟੈਂਟ ਫੈਕਟ ਤੁਸੀਂ ਯਾਦ ਰੱਖਣਾ। ਨੈਕਸਟ ਪ੍ਰਸ਼ਨ ਕਰਦੇ ਹਾਂ ਜੀ। ਆਸਾਂ ਦੀ ਵਾਰ ਦੇ ਰਚਨਾਕਾਰ ਕੌਣ ਹਨ? ਗੁਰੂ ਅਮਰਦਾਸ ਜੀ, ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ, ਜਾਂ ਫਿਰ ਕੋਈ ਨਹੀਂ, ਠੀਕ ਹੈ ਜੀ। ਇਸ ਦਾ ਆਨਸਰ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ। ਇਸ ਦਾ ਰਾਈਟ ਆਨਸਰ ਹੈ ਜੀ ਗੁਰੂ ਨਾਨਕ ਦੇਵ ਜੀ। ਆਸਾਂ ਦੀ ਵਾਰ ਦੇ ਰਚਨਾਕਾਰ ਕੌਣ ਸਨ? ਗੁਰੂ ਨਾਨਕ ਦੇਵ ਜੀ, ਠੀਕ ਹੈ ਜੀ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆਗਾ ਵੀ ਬਾਰ ਆਸਾਂ ਕਿਹਾ ਸੀ, ਉਹਨਾਂ ਨੂੰ ਆਸਾਂ ਦੀ ਵਾਰ ਕਿਹਾ ਗਿਆ। ਸੋ ਆਸਾਂ ਦੀ ਵਾਰ ਦੇ ਰਚਨਾਕਾਰ ਸਨ ਗੁਰੂ ਨਾਨਕ ਦੇਵ ਜੀ, ਠੀਕ ਹੈ। ਰਚਨਾਵਾਂ ਗੁਰੂ ਜੀ ਦੀਆਂ ਸਾਰੀਆਂ ਪੁੱਛੀਆਂ ਜਾਂਦੀਆਂ ਹਨ। ਨੈਕਸਟ ਪ੍ਰਸ਼ਨ ਹੈ ਜੀ। ਮੀਰੀ ਪੀਰੀ ਦਾ ਸਿਧਾਂਤ ਕਿਸ ਨੇ ਦਿੱਤਾ? ਮੀਰੀ ਪੀਰੀ ਦਾ ਸਿਧਾਂਤ ਕਿਸ ਨੇ ਦਿੱਤਾ? ਗੁਰੂ ਹਰਗੋਬਿੰਦ ਜੀ, ਗੁਰੂ ਹਰਰਾਏ ਜੀ, ਗੁਰੂ ਅਮਰਦਾਸ ਜੀ, ਜਾਂ ਕੋਈ ਨਹੀਂ। ਇਸ ਦਾ ਰਾਈਟ ਆਨਸਰ ਹੈ ਜੀ ਗੁਰੂ ਹਰਗੋਬਿੰਦ ਜੀ। ਗੁਰੂ ਹਰਗੋਬਿੰਦ ਜੀ ਨੇ ਮੀਰੀ ਅਤੇ ਪੀਰੀ ਦਾ ਸਿਧਾਂਤ ਦਿੱਤਾ। ਮੀਨਸ 2 ਮੀਰੀ ਅਤੇ ਪੀਰੀ ਨਾਂ ਦੀਆਂ ਤਲਵਾਰਾਂ ਗੁਰੂ ਹਰਗੋਬਿੰਦ ਜੀ ਦੁਆਰਾ ਧਾਰਨ ਕੀਤੀਆਂ ਗਈਆਂ ਸਨ, ਠੀਕ ਹੈ ਜੀ। ਮੀਰੀ ਤਲਵਾਰ ਐਂਡ ਪੀਰੀ ਤਲਵਾਰ, ਇੱਕ ਤਲਵਾਰ ਅਧਿਆਤਮਿਕ ਹਿੱਤਾਂ ਦੀ ਪ੍ਰਤੀਕ ਸੀ, ਦੂਜੀ ਦੁਨਿਆਵੀ ਹਿੱਤਾਂ ਦੀ, ਠੀਕ ਹੈ ਜੀ। ਇਹ ਵੀ ਯਾਦ ਰੱਖਣਾ। ਨੈਕਸਟ ਪ੍ਰਸ਼ਨ ਹੈ ਜੀ। ਚੰਡੀ ਦੀ ਵਾਰ ਦੀ ਰਚਨਾ ਕਿਸ ਨੇ ਕੀਤੀ? ਗੁਰੂ ਤੇਗ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ, ਗੁਰੂ ਹਰਗੋਬਿੰਦ ਜੀ, ਜਾਂ ਕੋਈ ਨਹੀਂ। ਸੋ ਇਸ ਦਾ ਰਾਈਟ ਆਨਸਰ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ, ਗੁਰੂ ਗੋਬਿੰਦ ਸਿੰਘ ਜੀ। ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਦੀ ਰਚਨਾ ਕੀਤੀ ਸੀਗੀ, ਠੀਕ ਹੈ ਜੀ। ਇਸ ਦੇ ਵਿੱਚ ਉਹਨਾਂ ਨੇ ਅਛਾਈ ਦੀ ਬੁਰਾਈ ਉੱਤੇ ਜਿੱਤ ਨੂੰ ਜਿਹੜਾ ਦਿਖਾਇਆ ਗਿਆ ਹੈਗਾ।
सो इन्हां दी रचना की गई सी जी गुरु गोबिंद सिंह जी द्वारा। ठीक है जी, नैक्सट प्रश्न करते हैं जी। श्री गुरु ग्रंथ साहब किस बाणी दे नाल शुरू हुंदा है? सुखमनी साहब, जपजी साहब, आसां दी वार या कोई नहीं? इसका राइट आंसर है जी जपजी साहब। श्री गुरु ग्रंथ साहब जपजी साहब बाणी दे नाल शुरू हुंदा है। वेरी वेरी इंपॉर्टेंट प्रश्न है जी। ठीक है, जपजी साहब दे रचनाकार कौन सन? तुहानूं मैं अज करवाया हैगा गुरु नानक देव जी। इस तरह प्रश्न याद होंगे ने। ठीक है जी, यही एक वधिया मैथड है भी चीज़ों को बार बार रिपीट करते जाओ। ठीक है जी, उस तरह चीज़ां अपने याद होंदियां जांदियां ने। नैक्सट प्रश्न है जी, गुरु गोबिंद सिंह जी ने खालसा पंथ की साजना किस शहर दे विच कीती? करतारपुर, आनंदपुर साहब, पौंटा साहब या फिर कोई नहीं? सो इसका राइट आंसर है जी आनंदपुर साहब। आनंदपुर साहब विच गुरु गोबिंद सिंह जी ने खालसा पंथ की साजना 1699 ईस्वी विच कीती सी। ठीक है जी, खालसा पंथ की साजना होने नाल सिख धर्म नूं नवीं पहचान मिल गई सी। ठीक है जी, तुहानूं सारिਆਂ ਨੂੰ पता हैगा ਸਿੰਘ कौर लगना स्टार्ट हो गया सी, 5 कक्के धारण किए गए सी। ठीक है, सो 5 प्यारे बनाए गए सी, उन्होंने ਅੰਮ੍ਰਿਤ ਜਿਹੜਾ ਛਕਾਇਆ ਗਿਆ ਸੀਗਾ। ठीक है, सो याद रखना खालसा पंथ की साजना कितनी हुई सी जी? आनंदपुर साहब विखी। नैक्सट प्रश्न है जी, अकाल तख्त की नींह कदों रखी गई? अकाल तख्त की नींह कदों रखी गई? वेरी वेरी इंपॉर्टेंट प्रश्न जी। 1699 1609 1678 इसका राइट आंसर है जी 1609 अकाल तख्त की नींह रखी गई सी। ठीक है जी, हुण तुहानूं अकाल तख्त बारे पता होना चाहिए हैगा। अकाल तख्त ये जी हरमंदर साहब के सामने, हरमंदर साहब के सामने 100 फुट की दूरी ते बनाया गया। 100 फुट की दूरी ते इसनूं बनाया गया हैगा। ठीक है, इस दे उपर 12 फुट का एक जिहड़ा थड़ा बनाया गया सीगा, जिस ते बैठ के 6वें गुरु जी सिख संगतां नूं जिहड़ा उपदेश दिंदे सी। ठीक है, सो ये 6वें गुरु जी द्वारा बनाया गया सी। 1609 विच नींह रखी गई सी। हरमंदर साहब तो 100 फुट की दूरी ते बनाया गया सी। ठीक है जी, इत्थे अपने जिहड़े उन्हां दे लोग आउंदे सी गुरु जी कोल, सो उन्हां नूं जिहड़ी विद्यक सिੱਖਿਆ सैनिक सिੱਖਿਆ उन्हां द्वारा दित्ती जांदी सी। ठीक है जी, सो ये सारे इंपॉर्टेंट फैक्ट्स तुहानूं पता होने चाहिए हैं। ठीक हो जी, असीं अपने वालों तुहानूं 100% देने की कोशिश करते हैं। ठीक है, जेकर कितनी कोई गलती भी रह जाती है उसके लिए माफ़ी भी चाहते हैं, बट तुहानूं आपदे वल्लों जिहड़ियां वधिया क्लासेस प्रोवाइड करने की एफर्ट्स कर रहे हैं। इंप्रूवमेंट डे बाय डे अपनी हो रही है। तुहाडे वल्लों बहुत वधिया रिस्पॉन्स मिल रहा है। तुहाडे सारिਆਂ ਦਾ बहुत बहुत धन्यवाद है। सो नैक्सट वीडियो में आपां मिलदे आंगे फिर। सो थैंक्स फॉर वॉचिंग, टेक केयर।